लेकिन जिथे सारिया चीज़ां इवॉल्व होईयां, टैक्नोलॉजी आई, साइंस आई, बड़ा कुछ आ गया, उत्थे जिहड़े साडी वाही बाणी है वो भी ढग्गियां तो छुट के ट्रैक्टर तक आण पहुंची और फिर पैसटीसाइड्स आ गए और काफ़ी चीज़ां आ गई ने। इस हवाले नाल साडे स्टूडियो दे विच एक दोस्त मौजूद ने, ताल्लुक इन्हां दा पाकपतन शरीफ तो मैं और काश्तकारी जिहड़ी है, जिहड़ा कि बहुत पुराना एक साडा काम है पंजाबियां दा, वो ये जदीद खतूत ना कर रहे ने। ना इन्हां दा आमिर हयात भंडारा साहब, अस्सलाम वालेकुम जी। वालेकुम सलाम कैसी जी। तबीयत है तुहाडी? अलहमदुलिल्लाह जी, तुसी सुनाओ। अच्छा, किसी किसान दे नाल गल करके मैनूं तो बहुत वधिया इस करके लगदा है कि जिहड़ा जदीद खतूत दे उत्ते करदा होवे, क्योंकि असीं बड़े टिपिकल चीज़ां चलाते रहने और उहदे पिछे लगे रहने और कभी भी नहीं सोचते कि इस तो बाहर दी भी कोई दुनिया हो सकती है या इस तो चीज़ां नूं इवॉल्व करके भी कुछ किया जा सकता है। ਤੁਹਾਡੇ ਮਨ 'ਚ ਕਿਵੇਂ ਆਈ ਕਿ ਜਿਹੜੀ ਇਹ ਵਾਰੀ ਐਗਰੀਕਲਚਰ ਹੈ ਜਿਹੜੀ ਕਿ ਟ੍ਰੈਡੀਸ਼ਨਲ ਤੋਂ ਥੋੜੀ ਜਿਹੀ ਮੁਖਤਲਿਫ ਹੈਗੀ ਹੈ ਉਹ ਕੀਤੀ ਜਾਵੇ ਔਰ ਪ੍ਰੋਫੈਸ਼ਨਲੀ ਕੀਤੀ ਜਾਵੇ? ਵੇਖੋ ਜੀ, ਸਭ ਤੋਂ ਪਹਿਲੇ ਤਾਂ ਬੜਾ ਸ਼ੁਕਰੀਆ ਕਿ ਤੁਸੀਂ ਇੱਕ ਵਾਹਿਬਾ ਬੰਦੇ ਨੂੰ ਆਪਣੇ ਸਟੂਡੀਓ 'ਚ ਬੁਲਾ ਕੇ ਤੇ ਉਹਦੇ ਨਾਲ ਕੋਈ ਗੱਲਬਾਤ ਕਰਨ ਲੱਗੇ ਹੋ। ਵੇਖੋ, ਸਾਡੇ ਜਿਹੜੀ ਬੁਨਿਆਦਾਂ ਨੇ ਨਾ, ਉਹ ਇਨਸਾਨ ਦੀਆਂ ਰੋਟੀ ਦੇ ਨਾਲ ਹੀ ਮੁਨਸਲਿਕ ਨੇ। ਬਿਲਕੁਲ। ਤੁਸੀਂ ਖਾਸ ਤੌਰ 'ਤੇ ਇਸ ਮੂਜ਼ੀ ਮਰਜ਼ ਨੇ ਤੇ ਤੁਹਾਨੂੰ ਆ ਕੇ ਦੱਸ ਦਿੱਤਾ ਹੋਇਆ ਹੈ ਕਿ ਤੁਸੀਂ ਕੱਪੜੇ ਤੋਂ ਬਗੈਰ ਰਹਿ ਲਓਗੇ, ਬਾਹਰ ਘੁੰਮਣ ਫਿਰਨ ਤੋਂ ਰਹਿ ਲਓਗੇ, ਲੇਕਿਨ ਰੋਟੀ ਟੁੱਕਰ ਤੋਂ ਬਗੈਰ ਨਹੀਂ ਰਹੋਗੇ। ਉਹ ਬਾਬਾ ਫਰੀਦ ਦਾ ਇੱਕ ਸ਼ੇਰ ਵੀ ਹੈ ਨਾ ਕਿ 5 ਰੁਕਨ ਇਸਲਾਮ ਦੇ, 6ਵਾਂ ਫਰੀਦ ਦਾ ਟੁੱਕ, ਜੇ ਨਾ ਲੱਭੇ 6ਵਾਂ ਤੇ 5 ਜਾਂਦੇ ਮੁੱਕ। ਤੇ ਰੋਟੀ ਹੋਏਗੀ, ਕੁਝ ਤੁਹਾਡੇ ਢਿੱਡ 'ਚ ਜਾਏਗਾ, ਕੋਈ એનર્ਜੀ ਬਣੇਗੀ ਤੇ ਤੁਸੀਂ ਕੰਮ ਕਰੋਗੇ ਜੀ। ਸਾਡੇ ਵਡਕੇ ਵੀ ਵਾਈ ਸਨ, ਅਸੀਂ ਵੀ, ਮੈਂ ਜਦੋਂ ਪੜ੍ਹ ਰਿਹਾ ਸੀ ਉਸ ਤੋਂ ਬਾਅਦ ਫਿਰ ਕੁਝ ਮੇਰੀ तलीम भी ਉਹਦੇ ਨਾਲ ਮੁਨਸਲਿਕ ਬਾਅਦ ਵਿੱਚ ਹੋ ਗਈ। ਪੂਰੀ ਤਾਂ ਜ਼ਰਾਈ ਤਲੀਮ ਨਹੀਂ ਕਹਿ ਸਕਦੇ, ਲੇਕਿਨ ਕੁਝ ਮੇਰਾ ਥੋੜਾ ਬਹੁਤ ਮੈਂ ਆਸਟ੍ਰੇਲੀਆ ਤੋਂ ਪੜ੍ਹਿਆ, ਕੁਝ ਫਿਰ ਮੌਸਮੀਆਤੀ ਤਗਯੁਰ ਜਿਹੜਾ ਤੁਸੀਂ ਕਲਾਈਮੇਟ ਚੇਂਜ ਦੀ ਗੱਲ ਕਰਦੇ ਹੋ, ਇਹਦੇ ਵਿੱਚ ਮੇਰੀ ਇੱਕ ਫੈਲੋਸ਼ਿਪ ਸੀ। ਤੇ ਮੈਨੂੰ ਅਖੀਰ ਆਣ ਕੇ ਲੱਗਿਆ ਕਿ ਯਾਰ ਸਭ ਕੁਝ ਹੋ ਸਕਦਾ ਹੈ, ਲੇਕਿਨ ਜ਼ਰਾਅਤ ਤੋਂ ਬਗੈਰ ਕੁਝ ਨਹੀਂ ਚੱਲਣਾ। ਤੁਹਾਡੇ ਕੋਲ ਰੋਟੀ ਨਹੀਂ ਹੈ, ਤੁਸੀਂ ਬਹੁਤ ਵੱਡੀਆਂ ਜਿਵੇਂ ਤੁਸੀਂ ਅੱਗੇ ਫਰਮਾ ਰਹੇ ਸੋ ਕਿ ਇੰਡਸਟਰੀਅਲ ਰੈਵੋਲੂਸ਼ਨ ਆਇਆ, ਹੁਣ ਤੁਸੀਂ IT ਰੈਵੋਲੂਸ਼ਨ ਔਰ AI ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਉਸ ਦੌਰ 'ਚ ਹੋ, ਲੇਕਿਨ ਤੁਸੀਂ ਇਹ ਸਭ ਕੁਝ ਉਦੋਂ ਤੱਕ ਨਹੀਂ ਕਰ ਸਕਦੇ ਜਦੋਂ ਤੱਕ ਤੁਹਾਡੇ ਢਿੱਡ 'ਚ ਰੋਟੀ ਨਹੀਂ ਆਏਗੀ। ਬਿਲਕੁਲ। ਰੋਟੀ ਹੋਏਗੀ ਤਾਂ ਤੁਸੀਂ ਲੈਬੋਰਟਰੀ 'ਚ ਕੰਮ ਕਰੋਗੇ, ਜਾ ਕੇ ਕੋਈ ਕੰਪਿਊਟਰ ਚਿਪਸ ਬਣਾ ਲਓਗੇ, ਕੋਈ ਕੰਪਿਊਟਰ ਬਣਾ ਲਓਗੇ। ਤੇ ਮੇਰਾ ਇਹ ਖਿਆਲ ਸੀ ਕਿ ਉਹ ਪੇਸ਼ਾ ਫੜਨਾ ਚਾਹੀਦਾ ਹੈ ਜਿਹੜਾ ਕਿ ਸਾਡੇ ਵਾਸਤੇ ਵੀ ਬਿਹਤਰ ਹੋਏ और आवाम की भी खिदमत होए और नेचर की भी खिदमत। यानी आलू के चिप्स खाओगे तो कंप्यूटर चिप्स बनाओगे। बिल्कुल। अदरवाइज कुछ नहीं, इस तो बगैर गुजारा कोई नहीं। बिल्कुल इसी तरह। ਕਿਹੜੀ ਜਦੀਦ ਟੈਕਨੋਲੋਜੀ ਹੈ ਜਿਹਦਾ ਤੁਸੀਂ ਇਸਤੇਮਾਲ ਕਰ ਰਹੇ ਹੋ ਕਾਸ਼ਤਕਾਰੀ ਵਿੱਚ? ਦੇਖੋ ਜੀ, ਜਿਵੇਂ ਅੱਗੇ ਬਾਜਵਾ ਸਾਹਿਬ ਨੇ ਆਪਣੀ ਗੱਲ ਵਿੱਚ ਕਿਹਾ ਕਿ ਅਸੀਂ ਢੱਗਿਆਂ ਬਲਦਾਂ ਤੋਂ ਟਰੈਕਟਰ ਤੇ ਪਹੁੰਚ ਗਏ, ਲੇਕਿਨ ਟਰੈਕਟਰ ਤੋਂ ਬਾਅਦ ਅਸੀਂ ਰੁਕ ਗਏ। ਅਸੀਂ ਖਾਦਾਂ ਸਪਰੇਆਂ ਵੱਲ ਤਾਂ ਟੁਰ ਪਏ, ਲੇਕਿਨ ਅਸੀਂ ਦੁਨੀਆ ਤਰ੍ਹਾਂ ਜਦੀਦ ਨਾ ਹੋਏ। ਅਸੀਂ ਨਾ ਤੇ ਹਲ ਚੰਗੇ ਉਸ ਲੈਵਲ ਤੇ ਬਣਾ ਸਕੇ, ਨਾ ਅਸੀਂ ਟੈਕਨੋਲੋਜੀ ਨੂੰ ਵਿੱਚ ਇਨਵੋਲਵ ਕਰ ਸਕੇ। ਅਸੀਂ ਉਹ ਸਨ 60 ਚ ਆਇਆ ਸੀ ਟਰੈਕਟਰ, ਉਹ ਅੱਜ ਵੀ ਉਹੀ ਮਾਡਲ ਟਰੈਕਟਰ ਦੇ ਚੱਲ ਰਹੇ ਨੇ। ਦੁਨੀਆ ਤੁਹਾਡੀ ਟੈਬਲੇਟਸ ਤੇ ਮੋਬਾਈਲ ਫੋਨ ਦੇ ਜ਼ਰੀਏ ਸੈਂਸਸ ਦੇ ਉੱਪਰ ਆ ਗਈ ਹੈ। ਮੈਂ ਸੋਚਿਆ ਕਿ ਕੀ ਐਸਾ ਕੀਤਾ ਜਾ ਸਕਦਾ ਹੈ ਜਿਹਦੇ ਨਾਲ ਅਸੀਂ ਜਿੱਦਤ ਵੱਲ ਟੁਰ ਪਈਏ। ਸਾਡੇ ਕੋਲ ਸਭ ਤੋਂ ਇਸ ਟਾਈਮ ਜਿਹੜੀ ਲੇਟੈਸਟ ਟੈਕਨੋਲੋਜੀ ਹੈ ਉਹ ਟਰੈਕਟਰ ਦੇ ਨਾਲ ਜਾਂ ਮਹਿਕਮਾ ਮੌਸਮੀਆਤ ਦੀ ਵੈਬਸਾਈਟ ਹੈ, ਤੁਸੀਂ ਇੰਟਰਨੈਟ ਤੋਂ ਕਰ ਲਓ। ਡ੍ਰਿਪ ਇਰੀਗੇਸ਼ਨ ਆ ਗਈ, ਉਹ ਵੀ ਕਰਕੇ ਵੇਖਿਆ, ਉਹਦੇ ਨਾਲ ਬਹੁਤ ਫਾਇਦਾ ਹੈ, ਪਾਣੀ ਦੀ ਬਚਤ ਆ ਜਾਂਦੀ ਹੈ, ਖਾਦ ਸਪਰੇ ਦੀ ਬਚਤ ਆ ਜਾਂਦੀ ਹੈ, ਲੇਕਿਨ ਤੁਸੀਂ ਦੁਨੀਆ ਨਾਲ ਕੰਪੀਟ ਨਹੀਂ ਹਾਲੀ ਕਰ ਸਕ ਰਹੇ। ਅਸੀਂ, ਮੈਂ ਤੇ ਮੇਰੇ ਇੱਕ ਦੋਸਤ, ਉਹ ਵੀ ਬਾਜਵਾ ਫੈਮਿਲੀ ਦੇ ਨੇ, ਫਾਦ ਬਾਜਵਾ, ਅਸੀਂ ਮਿਲ ਕੇ ਇੱਕ ਪ੍ਰੋਜੈਕਟ ਕੀਤਾ ਜਿਹਦੇ 'ਚ ਸਾਨੂੰ ਇੰਟਰਨੈਟ ਸੁਸਾਇਟੀ ਇੱਕ ਆਰਗੇਨਾਈਜੇਸ਼ਨ ਹੈ ਬੈਨ ਅਲ-ਅਕਵਾਮੀ, ਉਹਨੇ ਸਪੋਰਟ ਕੀਤਾ ਸੀ। ਇੱਕ ਡਿਜੀਟਲ ਡੇਰਾ ਬਣਾ ਦਿੱਤਾ ਪਾਕਪਤਨ ਵਿੱਚ। ਡਿਜੀਟਲ ਡੇਰਾ ਇੱਕ ਫਿਜ਼ੀਕਲ ਸਪੇਸ ਕਹਿ ਲਓ, ਇੱਕ ਡੇਰਾ ਜਿਵੇਂ ਆਪਣੀ ਪੰਜਾਬ ਦੀ ਰੀਤ ਹੈ, ਉੱਥੇ ਹੀ ਅਸੀਂ ਕੰਪਿਊਟਰਸ ਵੀ ਰੱਖਤੇ, ਟੈਬਲੇਟ ਵੀ ਰੱਖਤੇ, ਔਰ ਸਭ ਤੋਂ ਵੱਡੀ ਗੱਲ ਹੈ ਉੱਥੇ ਹਾਈ ਸਪੀਡ ਇੰਟਰਨੈਟ ਦੇ ਦਿੱਤਾ। ਹੁਣ ਜਦੋਂ ਇੰਟਰਨੈਟ ਆਇਆ ਤਾਂ ਕੱਲਾ ਮੇਰੇ ਫਾਇਦਾਮੰਦ ਨਹੀਂ ਆ, ਮੈਂ ਉਹਦੇ ਤੋਂ ਕੱਲਾ ਮੈਂ ਸੁੱਖ ਨਹੀਂ ਪਾਲ ਰਿਹਾ। ਉਸ ਇਲਾਕੇ ਦੇ ਪੂਰੇ ਲੋਕਾਂ ਦੇ, ਕਿਸਾਨਾਂ ਦੇ, ਵਾਹ ਬੰਦਿਆਂ ਦੇ ਲੇਖ ਵੀ ਬਦਲ ਰਹੇ ਨੇ। ਹੁਣ ਦੇਖੋ, ਜਦੋਂ ਤੁਹਾਡੇ ਕੋਲ ਕੋਈ ਟੈਕਨੋਲੋਜੀ ਆ ਜਾਏ, ਤੁਹਾਡੇ ਹੱਥ 'ਚ ਕੋਈ ਸ਼ੈ ਹੋਏ, ਤੁਹਾਨੂੰ ਪਤਾ ਹੋਏ ਵੀ ਪਾਣੀ ਮੇਰੀ ਫਸਲ ਕਦੋਂ ਮੰਗ ਰਹੀ ਹੈ, ਅਸੀਂ ਫਿਲਹਾਲ ਤੇ ਉਂਗਲ ਮਿੱਟੀ 'ਚ ਮਾਰ ਕੇ ਵੇਖ ਲੈਂਦੇ ਨਾ ਵੀ ਕਿੰਨਾ ਕੁ ਵੱਤਰ ਹੈਗਾ। ਜਦੋਂ ਸਾਡੇ ਕੋਲ ਜਦੀਦ ਸੈਂਸਸ ਮੌਜੂਦ ਹੋਣਗੇ, ਸਾਡੇ ਕੋਲ ਵੈਬਸਾਈਟਸ ਅਵੇਲੇਬਲ ਹੋਣਗੀਆਂ, ਸਾਡੇ ਕੋਲ ਸਭ ਤੋਂ ਵੱਡੀ ਗੱਲ ਹੈ ਡੇਟਾ ਮੌਜੂਦ ਹੋਏਗਾ, ਤੇ ਅਸੀਂ ਇਸ ਕਾਬਿਲ ਹੋ ਜਾਵਾਂਗੇ ਕਿ ਕਿਹੜਾ ਟਾਈਮ ਤੇ ਕੀ ਫਸਲ ਨੂੰ ਅਸੀਂ ਕਰਕੇ ਤੇ ਬਹੁਤ ਬਿਹਤਰ ਹੱਦ ਤੱਕ ਪੈਦਾਵਾਰ ਲੈ ਸਕਨੇ ਆ। ਅਸੀਂ ਫਿਲਹਾਲ ਜਿਹੜੀਆਂ ਬਾਕੀ ਟੈਕਨੋਲੋਜੀਜ਼ ਅਵੇਲੇਬਲ ਨੇ, ਡ੍ਰਿਪ ਹੈ ਜਾਂ ਸਪ੍ਰਿੰਕਲਰ ਹੈ ਜਾਂ
ਆਪਣਾ ਟਰੈਕਟਰ ਦੇ ਨਾਲ ਲੇਜ਼ਰ ਲੈਵਲਰ ਹੈ, ਉਸ ਦੇ ਨਾਲ ਅਸੀਂ ਨਾ ਸਿਰਫ ਮੈਂ ਬਲਕਿ ਜਿਹੜੇ ਸਾਡੇ ਇਲਾਕੇ ਦੇ ਕਿਸਾਨ ਨੇ ਉਹ ਵੀ ਇਸ ਤੋਂ ਫਾਇਦਾ ਉਠਾ ਰਹੇ ਨੇ। ਤਾਂ ਫਿਲਹਾਲ ਅਸੀਂ ਇੱਥੇ ਤੱਕ ਪਹੁੰਚ ਗਏ ਹਾਂ ਕਿ 60 ਸਾਲ ਦਾ ਅਸੀਂ ਜਿਹੜਾ ਗੈਪ ਹੈ ਉਹ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਕਵਰ ਹੋ ਜਾਏ। ਔਖੀ ਗੱਲ ਹੈ ਲੇਕਿਨ ਕਰਨਾ ਪੈਣਾ। ਬਿਲਕੁਲ ਇਸੇ ਤਰ੍ਹਾਂ। ਅੱਛਾ ਭੰਡਾਰਾ ਸਾਹਿਬ, ਬਾਕੀ ਗੱਲਾਂ ਅਸੀਂ ਬਾਅਦ 'ਚ ਕਰਾਂਗੇ, ਪਹਿਲੇ ਤਾਂ ਮੈਨੂੰ ਇਹ ਦੱਸੋ ਕਿ ਜਿਵੇਂ ਤੁਸੀਂ ਫਰਟੀਲਾਈਜ਼ਰਸ ਦਾ ਜ਼ਿਕਰ ਕੀਤਾ ਔਰ ਮੈਸ ਪ੍ਰੋਡਕਸ਼ਨ ਵਾਸਤੇ ਉਹਦੀ ਲੋੜ ਵੀ ਬੜੀ ਪੈਂਦੀ ਹੈ ਔਰ ਕੀੜਿਆਂ ਨੂੰ ਮਾਰਨ ਵਾਸਤੇ ਦਵਾਈ ਵੀ ਚਾਹੀਦੀ ਹੈ, ਲੇਕਿਨ ਦੁਨੀਆ ਘੁੰਮ ਕੇ ਫਿਰ ਹੁਣ ਆਰਗੈਨਿਕ ਵੱਲ ਵੱਧ ਰਹੀ ਹੈ ਔਰ ਉਹ ਲੋਕੀ ਸਮਝ ਰਹੇ ਨੇ ਕਿ ਸਾਡੀਆਂ ਸਬਜ਼ੀਆਂ, ਫਲ, ਫਸਲਾਂ, ਹਰ ਚੀਜ਼ ਦੇ ਵਿੱਚ ਜ਼ਹਿਰ ਕਿਵੇਂ ਘੁਲ ਜਾਂਦਾ ਇਹਨਾਂ ਚੀਜ਼ਾਂ ਦੇ ਇਸਤੇਮਾਲ ਨਾਲ। ਦੂਜਾ ਇਹ ਕਿ ਧਰਤ ਦਾ ਸਾਹ ਨਹੀਂ ਅਸੀਂ ਉਹਨੂੰ ਲੈਣ ਹੀ ਨਹੀਂ ਦੇ ਰਹੇ, ਉਹਨੂੰ ਬਾਰ-ਬਾਰ ਵਾਹੁੰਦੇ ਹਾਂ ਔਰ ਮਤਲਬ 24 ਘੰਟੇ ਉਹ ਚੱਲਦੀ ਰਹਿੰਦੀ ਇੱਕ ਤਰ੍ਹਾਂ ਆਪਣੇ ਕੰਮ ਤੇ ਲੱਗੀ ਰਹਿੰਦੀ। ਤੁਹਾਡੇ ਕੋਲ ਐਸੀ ਕਿਹੜੀ ਟੈਕਨੀਕ ਹੈ ਕਿ ਜਿਹਦੇ ਨਾਲ ਧਰਤੀ ਜਿਹੜੀ ਹੈ ਉਹਦੀ ਕੁਆਲਿਟੀ ਜਿਹੜੀ ਹੈ ਸੋਇਲ ਦੀ ਉਹ ਵੀ ਬਚੀ ਰਵੇ ਔਰ ਥੋੜਾ ਜਿਹਾ ਜ਼ਹਿਰ ਤੋਂ ਅਸੀਂ ਦੂਰ ਜਾਈਏ ਔਰ ਥੋੜੇ ਆਰਗੈਨਿਕ ਹੋ ਜਾਈਏ ਇੱਕ ਵਾਰੀ ਫੇਰ? ਵੇਖੋ ਜੀ, ਇਹ ਜਿਹੜਾ ਇੱਕ ਖੇਤ ਦਾ ਜਾਂ ਇੱਕ ਕਿੱਲੇ ਦਾ ਜਾਂ ਉਸ ਲੈਵਲ ਦਾ ਕੰਮ ਨਹੀਂ ਜੇ, ਇਹ ਕੰਮ ਜੇ ਮੁਲਕ ਦਾ, ਸਰਕਾਰ ਦਾ, ਉਸ ਲੈਵਲ ਦਾ। ਅਸੀਂ ਤੁਸੀਂ ਵੇਖ ਲਓ ਪਿਛਲੇ ਸਾਲਾਂ ਦੇ ਵਿੱਚ ਅਸੀਂ ਆਦੀ ਜ਼ਮੀਨ ਨੂੰ ਇੰਨਾ ਕੁ ਆਦੀ ਕਰ ਦਿੱਤਾ। ਜਿਵੇਂ ਤੁਸੀਂ ਡਾਕਟਰ ਕੋਲ ਜਾਂਦੇ ਹੋ ਤੇ ਸ਼ੂਗਰ ਦੇ, ਡਾਇਬੀਟੀਜ਼ ਦੇ ਪੇਸ਼ੈਂਟ ਦੀ ਲਾ ਲਓ ਕਿ ਉਹ ਇਨਸੂਲਿਨ ਲੱਗੇਗੀ ਤਾਂ ਰਹੇਗਾ, ਨਾ ਲੱਗੇਗੀ ਤਾਂ ਨਹੀਂ ਰਹੇਗਾ। ਅਸੀਂ ਆਦੀਆਂ ਫਸਲਾਂ ਨੂੰ ਇੰਨਾ ਕੁ ਆਦੀ ਕਰ ਦਿੱਤਾ ਹੋਇਆ ਹੈ ਕਿ ਹੁਣ ਅਸੀਂ ਇਹ ਜਿਹੜਾ ਤੁਸੀਂ ਪਿਛਲੇ ਦਿਨਾਂ ਵੇਖ ਵੀ ਰਹੇ ਹੋ, ਖਾਦ ਦਾ ਇੱਕ ਸ਼ਾਰਟੇਜ ਦਾ ਬੁਹਰਾਨ ਪੂਰੀ ਦੁਨੀਆ 'ਚ ਆਇਆ, ਉਹਦੇ ਵਿੱਚ ਅਸੀਂ ਵੀ ਰਗੜੇ ਗਏ, ਛੋਟੇ ਮੁਲਕ ਜਿਹੜੇ ਦੁਨੀਆ 'ਚ ਹੈਗੇ ਸੀ। ਇਹਦਾ ਹੱਲ ਕੀ ਹੈ? ਹੱਲ ਇਹਦਾ ਗ੍ਰੈਜੂਅਲੀ ਹੋਣਾ ਹੈ। ਹੁਣ ਤੁਹਾਡੀ ਆਬਾਦੀ ਇੰਨੀ ਕੁ ਵੱਧ ਚੁੱਕੀ ਹੋਈ ਹੈ ਕਿ ਤੁਸੀਂ ਆਰਗੈਨਿਕ ਅਗਰ ਤੁਸੀਂ ਹੁਣ ਜਾਂਦੇ ਹੋ ਆਰਗੈਨਿਕ ਮਗਰ, ਤੇ ਪਹਿਲੇ ਸਾਲ ਵਿੱਚ ਤੇ ਤੁਹਾਨੂੰ ਕੁਝ ਨਹੀਂ ਲੱਭਣਾ। ਉਹ ਤੁਸੀਂ ਪਹਿਲੇ ਸਾਲ ਉਹਦੀ ਪੈਦਾਵਾਰ ਘਟ ਜਾਏਗੀ ਕਿਉਂਕਿ ਇੱਕ ਤੁਸੀਂ ਇੱਕ ਫਸਲ ਨੂੰ ਜਾਂ ਇੱਕ ਖੇਤ ਨੂੰ ਤੁਸੀਂ ਉਹਦੀ ਨਾਰਮਲ ਜਿਹੜੀ ਗ਼ਜ਼ਾ ਹੈ, ਇੱਕ ਪਰਾਠੇ ਖਾਣ ਵਾਲੇ ਬੰਦੇ ਨੂੰ ਤੁਸੀਂ ਜੋ ਡਬਲ ਰੋਟੀ ਤੇ ਲਾਓਗੇ ਤੇ ਫਿਰ ਕੰਮ ਥੋੜਾ ਜਿਹਾ ਸਲੋ ਹੋ ਜਾਏਗਾ। ਲੇਕਿਨ ਹੋ ਸਕਦਾ ਤੁਹਾਨੂੰ ਸਭ ਤੋਂ ਪਹਿਲੇ ਤੇ ਅਵੇਅਰਨੈਸ ਦੇਣ ਦੀ, ਫਾਰਮਰਸ ਨੂੰ, ਕਿਸਾਨਾਂ ਨੂੰ ਦੱਸਣ ਦੀ ਲੋੜ ਹੈ ਕਿ ਆਦੀ ਜ਼ਮੀਨ ਦਾ ਮੁਆਇਨਾ ਕਰਾਉਣ ਵੀ ਕਿਹੜੀ ਅਸੀਂ ਅੰਨ੍ਹੇਵਾਹ ਹੀ ਖਾਦਾਂ ਪਾਈ ਜਾ ਰਹੇ ਹਾਂ। ਕੋਈ ਸਾਡੇ ਬਜ਼ੁਰਗ ਨੇ ਅਗਰ 2 ਬੋਰੀਆਂ ਫਾਸਫੋਰਸ ਦੀਆਂ ਪਾਈਆਂ ਸਨ ਤੇ ਅਸੀਂ ਵੀ ਹੁਣ ਫਾਸਫੋਰਸ 2 ਬੋਰੀਆਂ ਹੀ ਪਾਣੀਆਂ। ਇਹ ਨਹੀਂ ਵੇਖਣਾ ਕਿ ਜ਼ਮੀਨ ਦੀ ਮਿੱਟੀ ਜਿਹੜੀ ਹੈ ਉਹਨੂੰ ਵਾਕਈ ਫਾਸਫੋਰਸ ਚਾਹੀਦੀ ਵੀ ਹੈ ਜਾਂ ਨਹੀਂ। ਅਸੀਂ ਫਿਲਹਾਲ ਤੇ ਇਮੀਡੀਏਟਲੀ ਜਿਹੜਾ ਫੌਰੀ ਤੌਰ ਤੇ ਕਰ ਸਕਦੇ ਹਾਂ ਉਹ ਇਹ ਕਰ ਸਕਦੇ ਹਾਂ ਕਿ ਉਹਦਾ ਮੁਆਇਨਾ ਕਰਕੇ ਸੋਇਲ ਟੈਸਟਿੰਗ ਕਰਾ ਕੇ ਉਸ ਦੇ ਮੁਤਾਬਿਕ ਕਿਸਾਨ ਨੂੰ ਇਹ ਆਗਾਹ ਕਰੀਏ ਕਿ ਯਾਰ ਤੇਰੀ ਖੇਤ ਨੂੰ ਇਹਦੀ ਲੋੜ ਹੈ, ਇਹਦੀ ਲੋੜ ਨਹੀਂ ਹੈ। ਉਸ ਦੇ ਨਾਲ ਆਹਿਸਤਾ ਆਹਿਸਤਾ ਵੱਧ ਕੇ ਅਸੀਂ ਆਰਗੈਨਿਕ ਵੱਲ ਸਾਨੂੰ ਜਾਣਾ ਪੈਣਾ ਹੈ ਕਿਉਂਕਿ ਜੋ ਹਿਸਾਬ ਸਾਡੀਆਂ ਦਵਾਈਆਂ ਦਾ, ਬਿਮਾਰੀਆਂ ਦਾ ਔਰ ਮਹਿੰਗਾਈ ਦੇ ਵਿੱਚ ਹੋ ਚੁੱਕਿਆ ਹੋਇਆ ਹੈ, ਹੋ ਸਕਦਾ ਹੈ ਆਉਣ ਵਾਲੇ ਵਕਤਾਂ 'ਚ ਤੁਹਾਡੇ ਬੱਚਿਆਂ ਨੂੰ ਖੁਰਾਕ ਹੀ ਨਾ ਲੱਭੇ। ਤੇ ਇਹ ਇਸ ਕਰਕੇ ਸਾਨੂੰ ਸਭ ਤੋਂ ਪਹਿਲੇ ਤੇ ਸੋਇਲ ਟੈਸਟਿੰਗ ਦੀ ਲੋੜ ਹੈ ਔਰ ਬਹੁਤ ਵੱਡੇ ਲੈਵਲ ਤੇ ਲੋੜ ਹੈ। ਮਤਲਬ ਕੇਪੀ ਤੋਂ ਲੈ ਕੇ ਵੇਖੋ ਤੁਹਾਨੂੰ ਅੱਲਾਹ ਤਾਲਾ ਨੇ, ਤੁਸੀਂ ਜਿਸ ਖਿੱਤੇ 'ਚ ਬੈਠੇ ਹੋ ਪਾਕਿਸਤਾਨ ਵਿੱਚ, ਇਹ ਸ਼ਾਇਦ ਮੈਂ ਜਿੱਥੇ ਵੀ ਗਿਆ, ਅਮਰੀਕਾ, ਆਸਟ੍ਰੇਲੀਆ, ਯੂਰਪ, ਜਿਹੜੇ ਵੀ ਤੁਹਾਡਾ ਵੀ ਤਜਰਬਾ ਹੋਏਗਾ, ਚਾਰੇ ਮੌਸਮ ਇੱਕ ਜਗ੍ਹਾ ਤੇ ਨਹੀਂ ਲੱਭਦੇ ਜੀ। ਇੱਕੋ ਮੁਲਕ 'ਚ, ਏਡੇ ਛੋਟੇ ਜਿਹੇ ਮੁਲਕ 'ਚ ਤੁਹਾਡੇ ਕੋਲ ਸਹਿਰਾ ਵੀ ਹੈ, ਦਰਿਆ ਵੀ ਹੈ, ਤੁਹਾਡੇ ਕੋਲ ਪਹਾੜ ਵੀ ਹੈ, ਤੁਹਾਡੇ ਕੋਲ ਗਲੇਸ਼ੀਅਰ ਵੀ ਹੈ ਔਰ ਸਭ ਤੋਂ ਵੱਡੀ ਤੁਹਾਡੇ ਕੋਲ ਪਾਣੀ ਦਾ ਇੱਕ ਅੰਬਾਰ ਪਿਆ ਹੋਇਆ ਉੱਤੇ ਹਿਮਾਲਿਆ ਦੇ। ਸਿਲਸਿਲਾ ਇੱਥੇ ਹੀ ਜੋੜਾਂਗੇ। ਵੇਲਾ ਹੋਇਆ ਨਿੱਕੀ ਜੀ ਬ੍ਰੇਕ ਦਾ, ਤੁਸੀਂ ਕਿਧਰੇ ਨਹੀਂ ਜਾਣਾ, ਮਿਲਨੇ ਆ ਨਿੱਕੀ ਜੀ ਬ੍ਰੇਕ ਤੋਂ ਬਾਅਦ। जी वापस आ गए हैं और गल अगर वाही वाणी की होवे तो तुहानूं जरूर सुननी चाहिए, सानूं भी सुननी चाहिए। वजह है कि टेबल के उत्ते रोटी नहीं आएगी तो फिर चीज़ां टुरनगियां नहीं। यही गल असीं स्टार्ट विच कर रहे सां और भंडारा साहब साडे नाल मौजूद ने और वो दस रहे हैं कि जदीद दुनिया दे विच काश्तकारी किवें हो रही है। और एक पेंटर साडे स्टूडियो विच बिल्कुल मौजूद ने, जिहड़ी वाही वाणी वो करदे ने ਉਹਦਾ एक तस्वीर जिहड़ी ਉਹ ਤੁਹਾਨੂੰ ਸਕਰੀਨ ਦੇ ਉੱਤੇ ਨਜ਼ਰ ਆ ਰਹੀ ਹੋਵੇਗੀ। और ਤੁਸੀਂ ਦੱਸ ਰਹੇ ਸੀ ਕਿ ਥੋੜਾ ਜਿਹਾ ਉਹ ਡਰਾਈ ਹੋ ਗਈਆਂ ਨੇ ਚੀਜ਼ਾਂ और हुण तुसीं उहदे विच ऐड कर रहे हो, फाइनल टचेस दे रहे हो और पत्ते वगैरह और बाकी चीज़ां कर रहे हो। ये थोड़ा जिहा दस बेस चुके ड्राई हो चुकी सी ते हुण मैनूं फाइनल टच देण दी कोशिश कर रही हां कि कोशिश है प्रोग्राम ते एंड तक। और मैनूं लगदा पिछे मुंजी शुंजी होगी, ये चावल दी फसल है जी, ये गंदम दी फसल है। अच्छा, गंदम है, तैयार हो चुकी है। अच्छा, ਤੇ ਹੁਣੇ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ੁਰੂ ਦੇ ਵਿੱਚ ਜਿਹੜੀ ਗੱਲ ਕਰ ਰਹੇ ਸੀ ਪੋਲੂਸ਼ਨ ਦੇ ਹਵਾਲੇ ਨਾਲ, ਤੇ ਹੁਣੇ ਵੀ ਤੁਸੀਂ ਦੇਖੋਗੇ ਸਾਡਾ ਪੰਜਾਬ ਜਿਹੜਾ
ਉਹਦੇ ਜਿਹੜੇ ਵੀ ਪਿੰਡ ਥਾਂ ਨੇ ਉੱਥੇ ਪੋਲੂਸ਼ਨ ਦਾ ਲੈਵਲ ਬਹੁਤ ਘੱਟ ਤੁਹਾਨੂੰ ਨਜ਼ਰ ਆਏਗਾ ਐਜ਼ ਕੰਪੇਅਰ ਟੂ ਦ ਸਿਟੀਜ਼। ਬਿਲਕੁਲ ਇਸੇ ਤਰ੍ਹਾਂ ਹੀ, ਔਰ ਅਸੀਂ ਦੁਬਾਰਾ ਆਪਣੇ ਸ਼ਹਿਰਾਂ ਨੂੰ ਪਿੰਡਾਂ ਵਰਗਾ ਹੀ ਬਣਾਉਣਾ ਔਰ ਪਿੰਡਾਂ ਨੂੰ ਵੀ ਫਿਰ ਪਿੰਡਾਂ ਵਰਗਾ ਤੇ ਬਣਾਉਣਾ। ਇਸੇ ਵਜ੍ਹਾ ਤੋਂ ਤੁਸੀਂ ਜੇ ਗੌਰ ਕਰੋ ਤੇ ਇਹਦਾ ਅਸਮਾਨ ਦਾ ਕਲਰ ਜਿਹੜਾ ਬੜਾ ਸ਼ਾਰਪ ਤੇ ਬੜਾ ਕਲੀਅਰ ਨਜ਼ਰ ਆ ਰਿਹਾ ਬਿਲਕੁਲ ਹੋਵੇਗਾ ਇਸੇ ਤੁਹਾਨੂੰ, ਤਰ੍ਹਾਂ ਹੀ ਹੈ, ਹਾਂਜੀ ਕਿਉਂਕਿ ਇੱਥੇ ਹਲੀ ਚੁੱਕੇ ਗ੍ਰੀਨਰੀ ਮਾਸ਼ਾਅੱਲਾ ਬਹੁਤ ਹੈਗੀ ਹੈ। ਜੀ। ਪਾਕਿਸਤਾਨ ਦਾ ਸਭ ਤੋਂ ਗ੍ਰੀਨ ਸੂਬਾ ਜਿਹੜਾ ਉਹ ਪੰਜਾਬ ਹੈ। ਉਹ ਪੰਜਾਬ। ਤੇ ਮੈਂ ਨਾਲ ਇਹ ਵੀ ਦੱਸ ਦੇਵਾਂ ਕਿ ਪੰਜਾਬ ਦੀ ਸੀਰੀਜ਼ ਦੇ ਉੱਤੇ ਮੈਂ ਜਿਹੜਾ ਕੰਮ ਕਰ ਰਹੀ ਹੁੰਦੀ ਹਾਂ ਤੇ ਉਹ ਸੀਰੀਜ਼ ਦਾ ਮੈਂ ਨਾਂ ਰੱਖਿਆ ਫਖਰੇ ਪੰਜਾਬ ਫਖਰੇ ਪਾਕਿਸਤਾਨ ਸੀਰੀਜ਼। ਬਿਲਕੁਲ ਜ਼ਰੂਰ, ਉਸ ਦੇ ਬਾਰੇ ਵੀ ਅਸੀਂ ਗੱਲ ਤੇ ਕਰਾਂਗੇ ਉਹਦੇ ਬਾਅਦ ਬਾਰੇ ਵਿੱਚ। ਚ ਲੇਟਰ ਔਨ ਅਸੀਂ ਗੱਲ ਜੀ, ਬਾਅਦ ਕਰਦੇ ਚ ਕਰਨੀ ਰਹਾਂਗੇ ਹੈ ਜਿਹਦਾ ਤਾਲੁਕ ਸਕਾਫਤ ਨਾਲ ਵੀ ਹੈ। ਬਿਲਕੁਲ ਸਕਾਫਤ ਦੇ ਹਵਾਲੇ ਨਾਲ ਵੀ ਜੀ, ਗੱਲ ਬਿਲਕੁਲ। ਕਰਾਂਗੇ ਔਰ ਕਲੀਨ ਐਂਡ ਗ੍ਰੀਨ ਪਾਕਿਸਤਾਨ ਦਾ ਇਨੀਸ਼ੀਏਟਿਵ ਵੀ ਪਾਕਿਸਤਾਨ ਦੇ ਵਿੱਚ ਚੱਲਿਆ ਔਰ ਬੜਾ ਕੁਝ ਹੋਰ ਵੀ ਹੋ ਰਿਹਾ, ਲੇਕਿਨ ਉਹ ਗ੍ਰੀਨਰੀ ਤੁਹਾਡੇ ਹੱਥੋਂ ਨਿਕਲ ਜਾਣੀ ਹੈ ਜੇ ਤੁਸੀਂ ਉਸ ਗ੍ਰੀਨਰੀ ਨੂੰ ਬਚਾਇਆ ਨਾ ਤਾਂ। ਅੱਛਾ, ਪਹਿਲੇ ਅਸੀਂ ਗੱਲ ਕਰ ਰਹੇ ਸੀ ਬ੍ਰੇਕ ਤੋਂ ਪਹਿਲੇ ਕੁਝ ਟੈਕਨੋਲੋਜੀ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਇਸਤੇਮਾਲ ਤੁਸੀਂ ਕਰ ਸਕਦੇ ਹੋ ਔਰ ਸਿਰਫ ਤੁਸੀਂ ਨਹੀਂ, ਉਸ ਇਲਾਕੇ ਦੇ ਬਾਕੀ ਲੋਕ ਵੀ ਇਸਤੇਮਾਲ ਕਰ ਰਹੇ ਨੇ ਔਰ ਫਿਰ ਫਰਦਰ ਮੁਖਤਲਿਫ ਜਨਰੇਸ਼ਨਸ ਜਿਹੜੀਆਂ ਨੇ ਉਹਨਾਂ ਨੂੰ ਕਰਨਾ ਵੀ ਚਾਹੀਦਾ ਔਰ ਉਹ ਕਰ ਵੀ ਰਹੀਆਂ ਨੇ। ਪਾਣੀ ਦੇ ਹਵਾਲੇ ਨਾਲ ਥੋੜੀ ਜਿਹੀ ਗੱਲ ਕਰ ਲਈਏ। 5 ਦਰਿਆਵਾਂ ਦੀ ਧਰਤੀ, ਇਸ ਕਰਕੇ ਉਹਨੂੰ ਪੰਜਾਬ ਵੀ ਆਖਿਆ ਜਾਂਦਾ ਹੈ। 5 ਜਿਹੜੇ ਨੇ ਉਹ ਰਹੇ ਨਹੀਂ, ਬੁੱਢਾ ਰਾਵੀ ਐਡਾ ਬੁੱਢਾ ਹੋ ਗਿਆ ਕਿ ਉਹ ਟੁਰਨੋਂ ਫਿਰਨੋਂ ਰਹਿ ਗਿਆ ਕੁਝ, ਤੇ ਇਹ ਵਾਲੇ ਹਾਲਾਤ ਥੋੜੇ ਜਿਹੇ ਬਣ ਗਏ ਨੇ। ਜ਼ੇਰੇ ਜ਼ਮੀਨ ਪਾਣੀ ਵੀ ਥੋੜਾ ਘੱਟ ਹੋ ਗਿਆ, ਕੁਝ ਦਰਿਆ ਜਿਹੜੇ ਨੇ ਉਹ ਮੋੜ ਦਿੱਤੇ ਗਏ, ਕੁਝ ਡੱਕ ਦਿੱਤੇ ਗਏ, ਕੁਝ ਸੁੱਕ ਗਏ। ਤੇ ਇਸ ਹਵਾਲੇ ਨਾਲ ਥੋੜੀ ਦੱਸੋ ਕਿ ਸਾਊਦੀ ਅਰਬ ਵਰਗਾ ਇੱਕ ਮੁਲਕ ਜਿੱਥੇ ਸਹਿਰਾ ਹੀ ਸਹਿਰਾ ਵੇ, ਉੱਥੇ ਵੀ ਫਸਲਾਂ ਹੋ ਰਹੀਆਂ ਨੇ। ਇਸ ਤੋਂ ਇਲਾਵਾ ਬੜੀ ਹੋਰ ਐਗਜ਼ਾਮਪਲਸ ਦੁਨੀਆ 'ਚੋਂ ਦਿੱਤੀਆਂ ਜਾ ਸਕਦੀਆਂ ਨੇ ਜਿਨ੍ਹਾਂ ਕੋਲ ਪਾਣੀ ਨਹੀਂ ਸੀ ਫਿਰ ਵੀ ਉਹਨਾਂ ਨੇ ਫਸਲ ਬਣਾਈ। ਸਾਡੇ ਕੋਲ ਪਾਣੀ ਹੈ ਲੇਕਿਨ ਅਸੀਂ ਬਿਲਾ ਵਜ੍ਹਾ ਦਾ ਇਸਤੇਮਾਲ ਕਰ ਰਹੇ ਹਾਂ, ਐਨਰਜੀ ਦਾ ਵੀ ਬਿਲਾ ਵਜ੍ਹਾ ਇਸਤੇਮਾਲ ਕਰ ਰਹੇ ਹਾਂ। ਘੱਟ ਪਾਣੀ ਕਿਵੇਂ ਵਰਤ ਸਕਦਾ ਇੱਕ ਵਾਹੀਵਾਨ, ਔਰ ਤੁਸਾਂ ਕਿਵੇਂ ਕੀਤਾ, ਨੰਬਰ 1। ਦੂਜਾ ਜਿਹੜਾ ਹੁਣ ਸ਼ੁਰੂ ਕਰੇਗਾ ਤੁਹਾਡਾ ਸ਼ੋਅ ਵੇਖ ਕੇ, ਉਹ ਕਿਹੜੇ ਕਿਹੜੇ ਸਟੈਪ ਲਵੇ। ਬਿਲਕੁਲ ਬੱਚਿਆਂ ਦੀ ਥੋੜਾ ਜਿਹਾ ਸਮਝਾਉਣਾ ਪੈਣਾ ਕਿ ਪਹਿਲਾਂ ਇਹ ਕਰੋ ਫਿਰ ਇਹ ਕਰੋ ਫਿਰ ਇਹ ਕਰੋ। ਵੇਖੋ ਜੀ, ਜਿਵੇਂ ਅੱਗੇ ਆਪਾਂ ਗੱਲ ਕੀਤੀ ਹੈ ਨਾ ਰੋਟੀ ਦੀ, ਕਿ ਰੋਟੀ ਤੋਂ ਬਗੈਰ ਬੰਦਾ ਕੋਈ ਨਹੀਂ ਤੇ ਬੰਦੇ ਤੋਂ ਬਗੈਰ ਜਿਹੜਾ ਪਾਣੀ ਹੈ, ਪਾਣੀ ਤੋਂ ਬਗੈਰ ਰੋਟੀ ਕੋਈ ਨਹੀਂ ਜੀ। ਤੇ ਡੈਫੀਨੇਟਲੀ ਪਾਣੀ ਤੋਂ ਬਗੈਰ ਬੰਦਾ ਵੀ ਕੋਈ ਨਹੀਂ। ਤੇ ਪਾਣੀ ਦਾ ਬੜਾ ਇੱਕ ਔਖਾ ਜਿਹਾ ਮੌਜੂ ਵੀ ਹੈ, ਖਾਸ ਤੌਰ ਤੇ ਜਦੋਂ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਹਾਂ। ਪਾਕਿਸਤਾਨ ਦੇ ਵਿੱਚ ਤੁਹਾਨੂੰ ਵੀ ਬਹੁਤ ਚੰਗੀ ਤਰ੍ਹਾਂ ਪਤਾ ਹੈ, ਸਾਡੇ ਜਿੰਨੇ ਵੀ ਨੰਬਰਸ ਨੇ ਉਹ ਹੀ ਦੱਸਦੇ ਨੇ ਕਿ ਜ਼ਿਆਦਾਤਰ ਤਾਦਾਦ ਛੋਟੇ ਕਿਸਾਨਾਂ ਦੀ ਹੈ, ਕੋਈ ਬਹੁਤ ਜ਼ਿਆਦਾ ਜਿਹੜਾ ਹੈ। ਲੇਕਿਨ ਅਨਫੋਰਚੂਨੇਟਲੀ ਇਹ ਬਦਕਿਸਮਤੀ ਲਾ ਲਓ, ਮਾੜੇ ਲੇਖ ਲਾ ਲਓ ਸਾਡੇ, ਕਿ ਸਾਡੀ ਜਿਹੜੀ ਪਾਣੀ ਨਾਲ ਪ੍ਰੋਡਕਟਿਵਿਟੀ ਹੈ ਕਿ ਪਾਣੀ ਇਸਤੇਮਾਲ ਕਰਕੇ ਜਿੰਨਾ ਅਸੀਂ ਉਹਦੇ ਤੋਂ ਫਸਲਾਂ ਲੈ ਰਹੇ ਹਾਂ ਉਹ ਬੜੀ ਘੱਟ ਹੈ। ਸਾਡੇ ਜ਼ਿਆਦਾਤਰ ਫਸਲਾਂ ਜਿਹੜੀਆਂ ਹੈ ਉਹ ਜ਼ਿਆਦਾਤਰ ਪਾਣੀ ਜਿਹੜੀਆਂ ਨੇ ਉਹ 5 ਫਸਲਾਂ ਲੈਂਦੀਆਂ ਨੇ, ਮਕਈ, ਗੰਨਾ, ਚਾਵਲ, ਗੰਦਮ ਤੇ ਨਰਮਾ, ਕਾਟਨ ਇਹਨੂੰ ਕਹਿੰਦੇ। ਲੇਕਿਨ ਇਹਨਾਂ ਦਾ GDP ਚ ਜ਼ਰਈ GDP ਚ ਸਿਰਫ 5% ਹਿੱਸਾ ਹੈ। ਅੱਛਾ। ਹੁਣ ਬਹੁਤ ਜ਼ਿਆਦਾ ਪਾਣੀ ਅਸੀਂ ਇਹਦੇ ਵਿੱਚ ਇਸਤੇਮਾਲ ਕਰਕੇ ਕੋਈ ਬਹੁਤ ਜ਼ਿਆਦਾ ਦੁਨੀਆ ਤੋਂ ਬਹੁਤ ਜ਼ਿਆਦਾ ਕੋਈ ਚੰਗੇ ਨਹੀਂ ਹੈਗੇ, ਅਸੀਂ ਬਹੁਤ ਥੱਲੇ ਖੜੇ ਹਾਂ ਐਵਰੇਜ ਯੀਲਡ। ਸਾਡੀ ਸਾਰੀ 30 ਮਣ ਹੈ, ਕਈ ਮੁਲਕ ਜਿਹੜੇ ਨੇ ਉਹ 100 ਮਣ ਕਣਕ ਲਈ ਜਾਂਦੇ ਨੇ। ਤੇ ਪਾਣੀ ਸਾਨੂੰ ਸਭ ਤੋਂ ਪਹਿਲੀ ਗੱਲ ਤਾਂ ਬਚਾਉਣਾ। ਸਾਡਾ ਪ੍ਰੋਬਲਮ ਹੈ ਵਾਟਰ ਗਵਰਨੈਂਸ ਦਾ, ਔਰ ਗਵਰਨੈਂਸ ਵੀ ਫਾਰਮ ਲੈਵਲ ਦੇ ਉੱਪਰ। ਅੰਗਰੇਜ਼ੀ ਦਾ ਲਫ਼ਜ਼ ਹੈ ਲੇਕਿਨ ਸਮਝ ਆ ਜਾਏਗੀ ਸ਼ਾਇਦ, ਕਿ ਤੁਸੀਂ ਪਾਣੀ ਨੂੰ ਸੰਭਾਲਣਾ ਕਿਵੇਂ ਆਦਿ ਖੇਤ ਦੇ ਵਿੱਚ। ਉਹਦੇ ਦੇ ਵਿੱਚ ਜਿਹੜਾ ਸਭ ਤੋਂ ਆਮ ਤਰੀਕਾ, ਜਿਹੜਾ ਤੁਸੀਂ ਜਿਵੇਂ ਕਹਿ ਰਹੇ ਹੋ ਬੱਚਾ ਵਾਂਗ ਅਗਰ ਕਿਸੇ ਨੇ ਸਮਝਣਾ, ਤਾਂ ਸਭ ਤੋਂ ਆਮ ਚੀਜ਼ ਦੇ ਤੁਹਾਡੇ ਪੱਕੇ ਖਾਲੇ ਤੇ ਤੁਹਾਡਾ ਲੇਜ਼ਰ ਲੈਵਲ। ਠੀਕ ਹੈ। ਇਹ ਲੇਜ਼ਰ ਲੈਵਲ ਜਿਹੜਾ ਹੈ ਉਹ ਤੁਹਾਡਾ ਸਸਤਾ ਹੈ, ਹਕੂਮਤ ਵੀ ਉਹਦੇ ਵਿੱਚ ਸਪੋਰਟ ਕਰ ਰਹੀ ਹੈ, ਔਰ ਤਕਰੀਬਨ ਹਰ ਪਿੰਡ 'ਚ ਹੁਣ ਜਿਹੜਾ ਨਾ 1 ਤੋਂ 2 ਲੇਜ਼ਰ ਲੈਵਲਰ ਤੁਹਾਨੂੰ ਲੱਭ ਜਾਂਦੇ ਨੇ। ਔਰ ਉਹ ਤੁਹਾਡੀ ਕਮ ਅਜ਼ ਕਮ 50 ਤੋਂ 60% ਜਿਹੜਾ ਪਾਣੀ ਉੱਚੀ ਨੀਵੀਂ ਜ਼ਮੀਨ ਹੋਣ ਦੀ ਵਜ੍ਹਾ ਤੋਂ ਬਚ ਸਕਦਾ ਹੈ। ਉਸ ਤੋਂ ਬਾਅਦ ਤੁਸੀਂ ਅਗਲੇ ਸਟੇਜ ਵਿੱਚ ਡ੍ਰਿਪ ਇਰੀਗੇਸ਼ਨ ਤੇ ਜਾ ਸਕਦੇ ਹੋ। ਡ੍ਰਿਪ ਇਰੀਗੇਸ਼ਨ ਦੇ ਵਿੱਚ ਵੀ ਹਕੂਮਤ ਜਿਹੜੀ ਹੈ, ਪੰਜਾਬ ਹਕੂਮਤ ਖਾਸ ਤੌਰ ਤੇ ਕਾਫੀ ਹੈਲਪ ਕਰਦੀ ਹੈ ਕਿ ਕੁਝ ਸਬਸਿਡੀ ਦਾ ਹਿੱਸਾ ਕਿਸਾਨ ਨੇ ਦੇਣਾ ਹੁੰਦਾ, ਕੁਝ ਸਬਸਿਡੀ ਜਿਹੜੀ ਹੈ ਉਹ ਕੁਝ ਹਿੱਸਾ ਕਿਸਾਨ ਨੇ ਦੇਣਾ ਹੁੰਦਾ, ਕੁਝ ਸਬਸਿਡੀ ਹਕੂਮਤ ਦੇ ਰਹੀ ਹੈ, ਗਵਰਨਮੈਂਟ ਦੇ ਰਹੀ। ਠੀਕ ਹੈ। ਉਹਦੇ ਨਾਲ ਨਾ ਸਿਰਫ ਪਾਣੀ ਦੀ ਬਚਤ ਆਉਂਦੀ ਹੈ ਬਲਕਿ ਜਿਹੜੀ ਤੁਹਾਡੀ ਖਾਦ ਹੈ ਉਹ ਵੀ ਬਹੁਤ ਘੱਟ ਇਸਤੇਮਾਲ ਹੁੰਦੀ ਹੈ। ਠੀਕ ਹੈ। ਫਿਰ ਤੁਸੀਂ ਸਪ੍ਰਿੰਕਲਰ ਚਲੇ ਜਾਂਦੇ ਹੋ ਉਹਨਾਂ ਇਲਾਕਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਬਹੁਤ ਘੱਟ ਪਾਣੀ ਮੌਜੂਦ ਹੈ, ਬਾਰਾਨੀ ਏਰੀਆ, ਉਹਦੇ ਵਿੱਚ ਤੁਸੀਂ ਜਾ ਕੇ ਸਪ੍ਰਿੰਕਲਰ ਲਾ ਕੇ ਪਾਣੀ ਨੂੰ ਛਿੜਕਾਓ ਕਰ ਸਕਦੇ ਹੋ। ਦੁਨੀਆ ਤੋਂ ਖੈਰ ਬਹੁਤ ਅੱਗੇ ਚਲੀ ਗਈ ਹੈ, ਪਿਵਟ ਇਰੀਗੇਸ਼ਨ ਚਲੀ ਗਈ ਹੈ, ਵੱਡੇ ਫਾਰਮਰਸ ਉਹਦੇ ਨਾਲ, ਪਾਕਿਸਤਾਨ 'ਚ ਵੀ ਹੋ ਰਿਹਾ ਕੰਮ। ਲੇਕਿਨ ਸਾਨੂੰ ਛੋਟੇ ਲੈਵਲ ਤੋਂ ਸ਼ੁਰੂ ਕਰਨ ਦੀ ਲੋੜ ਹੈ। ਪਾਣੀ ਤਾਂ ਸਾਡੇ ਕੋਲ ਜਿੰਨਾ ਹੈ ਉਹ ਨਜ਼ਰ ਆ ਰਿਹਾ ਜੀ, ਲੇਕਿਨ ਜਿਹੜਾ ਪਾਣੀ ਹੈ ਉਹਨੂੰ ਜ਼ਾਇਆ ਹੋਣ ਤੋਂ ਕਿਵੇਂ ਬਚਾਉਣਾ। ਹੁਣ ਇਹ ਦੇਖੋ ਤੁਸੀਂ, ਇਹ ਜਿਹੜਾ ਮੌਸਮ ਹੈ ਜੀ, ਇਹ ਕਣਕ ਦਾ ਮੌਸਮ ਹੈ, ਔਰ ਕਣਕ ਤੁਹਾਡੀ ਦਾ ਇੱਕ ਬੁਹਰਾਨ ਆ ਜਾਏਗਾ, ਅੱਲਾਹ ਤਾਲਾ ਰਹਿਮ ਕਰੇ, ਅਗਰ ਸਾਡੇ ਕੋਲ ਬਾਰਿਸ਼ ਨਹੀਂ ਹੁੰਦੀ।
ਜੀ ਇਸ ਮੌਸਮ 'ਚ ਬਾਰਿਸ਼ ਨਹੀਂ ਹੋ ਰਹੀ, ਉਹਦਾ ਸਭ ਤੋਂ ਵੱਡਾ ਇੰਪੈਕਟ ਉਹਦੀ ਪ੍ਰੋਡਕਟਿਵਿਟੀ ਤੇ ਪੈਣਾ ਹੈ। ਔਰ ਇਹ ਸਾਨੂੰ ਛੋਟੇ ਛੋਟੇ ਸਟੈਪਸ ਹਰ ਕਿਸਾਨ ਨੂੰ ਲੈਣੇ ਪੈਣਗੇ, ਹਰ ਬੱਚੇ ਨੂੰ ਲੈਣੇ ਪੈਣਗੇ, ਤਾਂ ਕਿ ਅਸੀਂ ਪਾਣੀ ਬਚਾਈਏ, ਆਦੇ ਵਾਸਤੇ ਵੀ, ਕੌਮ ਵਾਸਤੇ ਵੀ, ਔਰ ਆਉਣ ਵਾਲੀਆਂ ਨਸਲਾਂ ਵਾਸਤੇ ਵੀ। ਸਾਨੂੰ ਹਰ ਖੇਤ ਦੇ ਵਿੱਚ, ਹਰ ਵੀਘੇ ਦੇ ਵਿੱਚ, ਹਰ ਕਨਾਲ 'ਚ ਪਾਣੀ ਨੂੰ ਬਚਾ ਕੇ ਟੋਰਨਾ ਪੈਣਾ ਹੈ। ਬਿਲਕੁਲ। ਉਸ ਤੋਂ ਬਗੈਰ ਨਾਲੋਂ ਸਾਡਾ ਨਾਲ ਹੱਲ ਇਹ ਵੀ ਕੋਈ ਭੰਡਾਰਾ ਸਾਹਿਬ ਦੱਸ ਦਿਓ ਕਿ ਤੁਸੀਂ 5-6 ਫਸਲਾਂ ਦੇ ਨਾਂ ਲਏ ਨੇ, ਕਮਾਦ ਹੈ, ਕਪਾਹ ਹੈ, ਕਣਕ ਹੈ, ਮੁੰਜੀ ਹੈ, ਜਾਂ ਫਿਰ ਅਗਰ ਸਬਜ਼ੀਆਂ ਲਜਾਈਏ ਤਾਂ ਅਸੀਂ ਆਲੂ ਬਹੁਤ ਜ਼ਿਆਦਾ ਉਗਾਉਂਦੇ ਹਾਂ, ਉਸ ਤੋਂ ਇਲਾਵਾ ਵੀ ਕੁਝ ਸਬਜ਼ੀਆਂ ਉਗਾਉਂਦੇ ਹਾਂ। ਕਿਹੜੀ ਚੀਜ਼ਾਂ ਨੇ ਜਿਹੜੀਆਂ ਪੰਜਾਬ ਦਾ ਕਿਸਾਨ ਉਹਦੇ ਅਲਗਾਓ ਹੀ ਨਹੀਂ ਕਰਦਾ ਪਿਆ, ਧਿਆਨ ਹੀ ਨਹੀਂ ਉਹਦਾ ਕਦੇ ਗਿਆ, ਔਰ ਉਹ ਬੜੀਆਂ ਪ੍ਰੋਫਿਟੇਬਲ ਵੀ ਨੇ, ਔਰ GDP 'ਚ ਵੀ ਉਹਨਾਂ ਦਾ ਇੱਕ ਯੋਗਦਾਨ ਬਣ ਸਕਦਾ, ਹਿੱਸਾ ਬਣ ਸਕਦਾ ਹੈ, ਔਰ ਜ਼ਾਤੀ ਤੌਰ ਤੇ ਤਾਂ ਬਣਦਾ ਹੀ ਹੈ। ਇਹਦੇ ਬਾਰੇ ਵੀ ਥੋੜਾ ਦੱਸੋ ਕਿ ਕਿਹੜੀਆਂ ਚੀਜ਼ਾਂ ਅਸੀਂ ਨਹੀਂ ਉਗਾ ਰਹੇ। ਵੇਖੋ ਜੀ, ਪੰਜਾਬ ਜਿਹੜੀ ਧਰਤੀ ਹੈ ਨਾ, ਇਹ ਕੋਈ ਬੈਨ ਅਲ-ਅਕਵਾਮੀ ਅਦਾਰਿਆਂ ਦੀ ਵੀ ਰਿਪੋਰਟਾਂ ਨੇ ਕਿ ਇਹਦੇ ਵਿੱਚ ਇੱਕ ਟੁਕੜਾ ਐਸਾ ਹੈ ਜਿਹੜਾ ਦੁਨੀਆ ਦੀ ਸਭ ਤੋਂ ਫਰਟਾਈਲ ਲੈਂਡ ਹੈ। ਸਾਡੇ ਪੰਜਾਬ 'ਚ ਇੱਕ ਮਿਸਾਲ ਹੈ, ਇੱਥੇ ਬੰਦਾ ਵੀ ਪੂਰ ਦੋਗੇ ਉਹ ਵੀ ਉਗ ਪਏਗਾ। ਇੱਥੇ ਕੋਈ ਐਸੀ ਫਸਲ ਨਹੀਂ ਹੈ, ਐਸਾ ਮੌਸਮ ਕਿਧਰੇ ਨਹੀਂ ਹੈ, ਐਸਾ ਪਾਣੀ ਕਿਧਰੇ ਨਹੀਂ ਹੈ ਜਿਹੜਾ ਇੱਥੇ ਨਾ ਉਗਾਇਆ ਜਾਵੇ। ਹੁਣ ਤੁਹਾਨੂੰ ਮੈਂ ਸਬਜ਼ੀਆਂ ਬਹੁਤ ਸਾਰੀਆਂ ਨੇ ਅਸੀਂ ਜਿਹੜੀਆਂ ਨਹੀਂ ਉਗਾ ਰਹੇ। ਅਸੀਂ ਸਾਡੇ ਜਿਹੜੇ ਵੱਡੇ ਫਾਰਮਰਸ ਨੇ ਉਹ ਜ਼ਿਆਦਾਤਰ ਕਮਾਦ ਦੇ ਮਗਰ ਲੱਗੇ ਹੋਏ ਨੇ। ਕਮਾਦ ਪੂਰੇ 1 ਸਾਲ ਦੀ ਫਸਲ ਹੈ, 1 ਸਾਲ ਤੋਂ ਬਾਅਦ ਤੁਸੀਂ, ਔਰ ਫਿਰ ਉਹ ਚੀਨੀ ਦਾ ਵੀ ਬਾਜ਼ ਔਕਾਤ ਤੁਹਾਡੇ ਬੜਾ ਇੱਕ ਹਰ ਲੈਵਲ ਤੇ ਹੀ ਮਸਲਾ ਉੱਠ ਜਾਂਦਾ ਹੈ। ਤੁਹਾਨੂੰ ਮੈਂ ਇੱਕ ਛੋਟੀ ਜਿਹੀ ਮਿਸਾਲ ਦੇਣਾ ਜਿਹਦੇ ਵਿੱਚ ਬਿਲਕੁਲ ਹੀ ਧਿਆਨ ਨਹੀਂ ਜਾਂਦਾ, ਦਾਲਾਂ ਦਾ। ਅੱਛਾ। ਦਾਲ ਬੜੀ ਆਮ ਜੀ, ਉਹ ਸਭ ਤੋਂ ਸਸਤੀ ਕਹਿੰਦੇ ਨੇ ਕਿ ਖੁਰਾਕ ਗਰੀਬ ਦਾ ਘਰ ਦੀ ਮੁਰਗੀ ਦਾਲ ਬਰਾਬਰ, ਅਕਸਰ ਮਿਸਾਲ ਤੁਸੀਂ ਸੁਣੀ ਹੋਏਗੀ। ਇਸ ਟਾਈਮ ਦਾਲ ਦੀ ਇਹ ਪੋਜੀਸ਼ਨ ਹੈ ਕਿ ਤੁਸੀਂ ਜ਼ਿਆਦਾਤਰ ਦਾਲਾਂ ਇੰਪੋਰਟ ਕਰ ਰਹੇ ਹੋ, ਔਰ ਦਾਲ ਇੱਕ ਮਹਿੰਗੀ ਆਈਟਮ ਬਣ ਚੁੱਕੀ ਹੈ ਅਗਰ ਤੁਸੀਂ ਮੁਕਾਬਲਾ ਕਰੋ ਮੁਰਗੀ ਦੇ ਨਾਲ। ਔਰ ਸਾਰੀਆਂ ਦਾਲਾਂ ਦੀ ਸਾਰੀਆਂ ਦਾਲਾਂ ਦੇਖੋ, ਤੁਹਾਡੀ 2 ਸਾਲ ਪਹਿਲੇ ਦੀ ਰਿਪੋਰਟ ਹੈ ਕਿ 6.5 ਲੱਖ ਟਨ ਦੀ ਤੁਹਾਡੀ ਡਿਮਾਂਡ ਹੈ ਦਾਲਾਂ ਦੀ, ਔਰ ਕੱਲੇ ਆਸਟ੍ਰੇਲੀਆ ਤੋਂ ਤੁਸੀਂ 2019 ਦੇ ਵਿੱਚ 27,000 ਟਨ ਛੋਲਾ ਮੰਗਾਇਆ। ਤੇ ਤੁਹਾਡਾ ਸਾਰੀ ਬਿਹਤਰੀਨ ਜਿਹੜੀ ਜ਼ਮੀਨ ਹੈ ਉਹ ਇੱਥੇ ਹਰ ਕਿਸਮ ਦੀ ਦਾਲ ਪੈਦਾ ਕਰ ਸਕਦੀ ਹੈ। ਕਿਹੜੀ ਐਸੀ ਚੀਜ਼ ਹੈ ਜਿਹੜੀ ਅਸੀਂ ਇੱਕ ਜ਼ਰਈ ਮੁਲਕ ਹੋਣ ਦੇ ਬਾਵਜੂਦ ਅਸੀਂ ਬਹੁਤ ਸਾਰੀਆਂ ਫਸਲਾਂ ਜਿਹੜੀਆਂ ਉਹ ਇੰਪੋਰਟ ਕਰ ਰਹੇ ਹਾਂ। ਸਾਨੂੰ ਹੁਣ ਇਸ ਲੈਵਲ ਤੇ ਆ ਕੇ ਇੱਕ ਗੱਲ ਸਮਝਣੀ ਪੈਗੀ। ਉਹ ਪੰਜਾਬੀ ਦਾ ਇੱਕ ਸ਼ੇਰ ਹੈ, ਉਹਨੂੰ ਨਹੀਂ ਮਿਲਦਾ ਮਾਹੀ ਜਿਹੜਾ 2 ਘਰਾਂ ਦਾ ਸਾਂਝਾ, ਇੱਕੋ ਪਾਸਾ ਰਹਿੰਦਾ ਹੀ ਰਹੀ ਜਾਂ ਖੇੜੇ ਜਾਂ ਰਾਂਝਾ। ਸਾਨੂੰ ਜਾਂ ਤੇ ਜ਼ਰਾਤ ਨੂੰ ਵੇਖਣਾ ਪਏਗਾ ਜਾਂ ਜ਼ਰਾਤ ਨੂੰ ਛੱਡਣਾ ਪਏਗਾ, ਉਸ ਤੋਂ ਬਗੈਰ ਹੁਣ ਹੱਲ ਕੋਈ ਨਹੀਂ। ਬਿਲਕੁਲ, ਥੈਂਕ ਯੂ ਸੋ ਮਚ। ਇਹ ਜਿੰਨਾ ਖਿਲਾਰ ਔਰ ਪਸਾਰ ਸਾਡੀ ਜ਼ਰਾਤ ਦਾ ਹੈ, ਉਨੀ ਹੀ ਇਹਦੇ ਤੇ ਗੱਲ ਹੋਣ ਦੀ ਵੀ ਲੋੜ ਹੈ, ਲੇਕਿਨ ਵੇਲੇ ਦੀ ਘਾਟ ਉਹਦੇ ਵੱਲ ਵੀ ਤੁਹਾਨੂੰ ਥੋੜਾ ਜਿਹਾ ਗੌਰ ਕਰਨਾ ਪਏਗਾ। ਫਿਰ ਕਿਸੇ ਪ੍ਰੋਗਰਾਮ ਵਿੱਚ ਪਾਵਾਂਗੇ ਔਰ ਜਿਹੜੀਆਂ ਗੱਲਾਂ ਰਹਿ ਗਈਆਂ ਨੇ ਉਹਨਾਂ ਨੂੰ ਛੋਣ ਦੀ ਕੋਸ਼ਿਸ਼ ਕਰਾਂਗੇ, ਉਹਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਬਹੁਤ ਮਿਹਰਬਾਨੀ ਔਰ ਸਾਨੂੰ ਇੰਨੀ ਬੜੀ ਜਾਣਕਾਰੀ ਦਿੱਤੀ, ਥੈਂਕ ਯੂ ਸੋ ਮਚ ਜੀ। ਨਾਜ਼ਰੀਨ, ਵੇਲਾ ਹੋ ਗਿਆ ਹੁਣ ਨਿੱਕੀ ਜੀ ਇੱਕ ਬ੍ਰੇਕ ਦਾ, ਔਰ ਕਿਸਾਨ ਜਿਹੜੇ ਨੇ ਉਹ ਜ਼ਰੂਰ ਧਿਆਨ ਕਰ ਲੈਣ ਕਿ ਕਿਹੜੀਆਂ ਚੀਜ਼ਾਂ ਉਹ ਨਹੀਂ ਉਗਾ ਰਹੇ, ਉਹਨਾਂ ਨੂੰ ਜ਼ਰੂਰ ਉਗਾਉਣ। ਬ੍ਰੇਕ ਤੇ ਜਾਵਾਂਗੇ, ਮੁੜ ਕੇ ਵਾਪਸ ਆਵਾਂਗੇ। ਰਹਿਣਾ ਮੇਰੇ ਨਾਲ।